ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਬਿਲਾਵਲ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਥਿੱਤੀ ਬਾਣੀ ਦੀ ਕਥਾ ਚੱਲ ਰਹੀ ਹੈ। ਸਤਵੀਂ ਸਪਤਮੀ ਤੱਕ, ਕਿਉਂਕਿ 15 ਥਿੱਤੀਆਂ 15 ਤਾਰੀਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ 15 ਤਿੱਥਾਂ ਦੁਆਰਾ ਉਪਦੇਸ਼ ਬਖਸ਼ਿਆ। ਗੁਰਬਾਣੀ ਵਿੱਚ ਗੁਰਦੇਵ ਨੇ ਮਹੀਨਿਆਂ ਦੁਆਰਾ ਵੀ ਉਪਦੇਸ਼ ਦਿੱਤਾ। 12 ਮਾਹ ਮਾਝ ਦੀ ਬਾਣੀ ਹੈ, ਤੁਖਾਰੀ ਰਾਗ 'ਚ 12 ਮਾਹ ਹੈ। ਪਹਿਰਾਂ ਦੁਆਰਾ ਵੀ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਗੁਰਦੇਵ ਨੇ ਵਾਰਾਂ ਦੁਆਰਾ ਵੀ ਉਪਦੇਸ਼ ਦਿੱਤਾ ਹੈ ਤੇ ਤਿੱਥਾਂ ਦੁਆਰਾ। ਤਿੱਥਾਂ 15 ਹਨ, ਕਿਉਂਕਿ ਚੰਦਰਮਾ ਦੇ ਮੁਤਾਬਕ ਜਿਹੜਾ ਕੈਲੰਡਰ ਮੰਨਿਆ ਜਾਂਦਾ ਹੈ ਉਹ ਚੰਦਰਮਾ ਦੇ ਮੁਤਾਬਕ ਚੱਲਣ ਵਾਲਾ ਕੈਲੰਡਰ ਜਿਹੜਾ ਉਹਦੀਆਂ 15 ਤਿੱਥਾਂ ਨੇ। ਪੂਰਨਮਾਸ਼ੀ ਤੋਂ ਮੱਸਿਆ ਤੱਕ ਤੇ ਮੱਸਿਆ ਤੋਂ ਪੂਰਨਮਾਸ਼ੀ ਤੱਕ। ਇੱਦਾਂ 15 ਤਿੱਥਾਂ ਵਿੱਚ 2 ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਹਨੇਰੇ ਪੱਖ ਨੂੰ ਤੇ ਚਾਨਣੇ ਪੱਖ ਨੂੰ। ਸੁਦੀ ਤੇ ਵਧੀ ਉਹਨੂੰ ਕਹਿ ਦਿੰਦੇ ਹਨ। ਤੋ ਇਸ ਕਰਕੇ ਪਾਤਸ਼ਾਹ ਨੇ 15 ਤਿੱਥਾਂ ਦੁਆਰਾ ਉਪਦੇਸ਼ ਦਿੰਦਿਆਂ ਸਪਤਮੀ ਤਿਥੀ ਦੁਆਰਾ ਉਪਦੇਸ਼ ਪਿੱਛੇ ਬਖਸ਼ ਦਿੱਤਾ ਹੈ। ਅਸ਼ਟਮੀ ਦੁਆਰਾ ਉਪਦੇਸ਼ ਦਿੰਦੇ ਨੇ। ਆਓ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦਿਆਂ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ। ਅਸ਼ਟਮੀ ਅਸ਼ਟਮ ਤਿਥ ਅਸ਼ਟਮੀ ਦੁਆਰਾ ਉਪਦੇਸ਼ ਦਿੰਦੇ ਨੇ। ਅਸ਼ਟ 8 ਸਿੱਧ ਬੁੱਧ ਸਾਧ ਹੈ। ਜਿਹੜੀਆਂ ਮੇਨ ਸਿੱਧੀਆਂ ਨੇ ਉਹਨੇ ਅਸ਼ਟ ਸਿੱਧੀ 8 ਸਿੱਧੀਆਂ ਮੁੱਖ ਮੰਨੀਆਂ ਜਾਂਦੀਆਂ। ਵੈਸੇ 18 ਸਿੱਧੀਆਂ ਨੇ, 18 ਵਿੱਚੋਂ ਫਿਰ 8 ਮੁੱਖ ਨੇ। ਕਹਿੰਦੇ ਜਿਹੜਾ ਸਾਧਨਾ ਕਰਨ ਵਾਲਾ ਸਾਧਕ ਹੈ ਉਹ ਇਹਨਾਂ 8 ਦੀਆਂ 8 ਸਿੱਧੀਆਂ ਨੂੰ ਸਿੱਧ ਕਰ ਲੈਂਦਾ, ਯਾਨੀ ਕਿ ਇਹਨਾਂ ਨੂੰ ਕਾਬੂ ਵਿੱਚ ਰੱਖਦਾ, ਇਹਨਾਂ ਦਾ ਗੁਲਾਮ ਨਹੀਂ ਹੁੰਦਾ। ਖਾਲਸਾ ਜੀ ਸਾਧਕ ਸਾਧਨਾ ਕਰਨ ਵਾਲੇ ਕਹਿੰਦੇ ਆ ਕਿ ਜਦੋਂ ਕੋਈ ਨਾਮ ਦੀ ਕਮਾਈ ਕਰਨ ਲੱਗਦਾ ਤੇ ਸਭ ਤੋਂ ਪਹਿਲਾਂ ਉਹਦੇ ਫੁਰਨੇ ਪੂਰਨ ਹੋਣੇ ਸ਼ੁਰੂ ਹੋ ਜਾਂਦੇ ਆ। ਕੋਈ ਫੁਰਨਾ ਕਰੇ, ਕੁਝ ਖਾਣ ਦਾ ਫੁਰਨਾ ਕਰੇ, ਕਿਸੇ ਨੂੰ ਮਿਲਣ ਦਾ ਫੁਰਨਾ ਕਰੇ, ਉਹ ਉਸੇ ਵਕਤ ਉਹਦੇ ਫੁਰਨੇ ਪੂਰਨ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਕੁਝ ਸਮੇਂ ਬਾਅਦ ਜੇ ਉਹਨਾਂ ਦੇ ਵਿੱਚ ਹੀ ਉਲਝ ਗਏ ਤੇ ਫਿਰ ਉਹ ਸਾਧਨਾ ਕੀਤੀ ਹੋਈ ਦਾ ਫਲ ਨਾਲੋਂ ਨਾਲ ਹੀ ਸਮਾਪਤ ਹੋ ਜਾਂਦਾ, ਫਿਰ ਅੱਗੇ ਨਹੀਂ ਟੁਰਦਾ, ਫਿਰ ਪਿੱਛੇ ਆ ਜਾਂਦਾ। ਔਰ ਅਕਸਰ ਕਈਆਂ ਨੂੰ ਕਹਿੰਦੇ ਸੁਣਿਆ, ਕਹਿੰਦੇ ਜੀ ਪਹਿਲਾਂ ਗੱਲ ਬਣ ਗਈ ਸੀ, ਹੁਣ ਉਹ ਗੱਲ ਨਹੀਂ ਰਹੀ। ਕਹਿੰਦੇ ਹੁਣ ਉਹ ਗੱਲ ਨਹੀਂ ਬਣਦੀ। ਕਿਉਂ ਨਹੀਂ ਬਣਦੀ? ਕਿਉਂਕਿ ਜਿੰਨਾ ਕੀਤਾ ਸੀ ਉਹ ਨਾਲੋਂ ਨਾਲ ਖਾ ਲਿਆ, ਅੱਗੇ ਵਾਸਤੇ ਅੜਚਣ ਬਣ ਗਈ। ਜਿਹੜਾ ਸਾਧਕ ਹੈ ਉਹ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਮੇਰੇ ਫੁਰਨੇ ਪੂਰਨ ਹੋਣ ਲੱਗ ਪਏ ਨੇ, ਮੈਂ ਹੁਣ ਫੁਰਨੇ ਕਰਨੇ ਬੰਦ ਕਰ ਦਿਆਂ। ਇਹ ਫੁਰਨੇ ਕਰਾਂ ਹੀ ਨਾ, ਕਿਉਂਕਿ ਜਦੋਂ ਕੋਈ ਫੁਰਨਾ ਕਰੀਏ ਪੂਰਨ ਹੋ ਜਾਂਦਾ। ਮਾੜਾ ਫੁਰਨਾ ਕਰੀਏ, ਸਰੀਰ ਦੇ ਨੁਕਸਾਨ ਦਾ ਫੁਰਨਾ ਕਰੀਏ, ਉਸ ਪਾਸੇ ਵੀ ਚੱਲ ਪੈਂਦਾ। ਉਹ ਇਹਨਾਂ ਫੁਰਨਿਆਂ ਨੂੰ ਸ਼ਾਂਤ ਕਰਕੇ ਫਿਰ ਅੱਗੇ ਨੂੰ ਟੁਰ ਪੈਂਦਾ। ਅੱਗੇ ਹੋਰ ਕਈ ਪ੍ਰਕਾਰ ਦੀਆਂ ਸਿੱਧੀਆਂ ਫੁਰਦੀਆਂ ਨੇ। ਸਹਿਜੇ ਸਹਿਜੇ ਸਾਧਕ ਸਾਧਨਾ ਕਰਦਾ ਹੋਇਆ ਇਹਨਾਂ ਸਾਰੀਆਂ ਸਿੱਧੀਆਂ ਨੂੰ ਸਾਧ ਕੇ ਆਪਣੀ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ। ਉੱਥੇ ਮਹਾਰਾਜ ਜੀ ਕਹਿ ਰਹੇ ਨੇ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਹੈ। 8 ਸਿੱਧੀਆਂ ਦੀ ਜਿਹੜੀ ਬੁੱਧੀ ਹੈ ਉਹਨੂੰ ਸਾਧ ਲੈਂਦਾ ਜਿਹੜਾ ਸਾਧਕ ਹੈ। ਅਸ਼ਟਮੀ ਦੁਆਰਾ ਇਹ ਉਪਦੇਸ਼ ਦਿੰਦੇ ਹਨ। ਦੂਸਰਾ ਅਰਥ ਇਸ ਤਰ੍ਹਾਂ ਵੀ ਸੰਪਰਦਾਇ ਵਿਦਵਾਨਾਂ ਨੇ ਕੀਤਾ ਹੈ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਹੈ। ਅਸ਼ਟਮੀ ਦੁਆਰਾ ਉਪਦੇਸ਼ ਦਿੰਦੇ ਹੈ ਕਿ ਜਿਹੜਾ 8 ਪ੍ਰਕਾਰ ਦਾ ਕਾਮ ਹੈ, ਅਸ਼ਟ ਨਾਮ 8 ਦਾ ਹੈ। ਕਾਮ ਜਿਹੜਾ 8 ਪ੍ਰਕਾਰ ਦਾ ਹੈ, ਸਿਮਰਨਾ, ਚਿਤਵਣਾ, ਪ੍ਰਾਪਤ ਕਰਨਾ, ਆਲਿੰਗਨ ਕਰਨਾ,
ਇਦਾਂ ਇਹ 8 ਪ੍ਰਕਾਰ ਦੇ ਕਾਮ ਦੀ ਬਿਰਤੀ ਜਿਹੜੀ ਹੈ ਉਹ ਮਹਾਂਪੁਰਸ਼ਾਂ ਵਿਦਵਾਨਾਂ ਨੇ ਧਰਮ ਗ੍ਰੰਥਾਂ 'ਚ ਦੱਸੀ ਹੈ। 8 ਪ੍ਰਕਾਰ ਦੇ ਕਾਮ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣੀ, 8 ਪ੍ਰਕਾਰ ਦੇ ਕਾਮ ਦੇ ਵਾਸ਼ਨਾ ਦੀ ਬੁੱਧੀ ਨੂੰ ਸਾਧ ਕੇ ਆਪਣੇ ਕਾਬੂ 'ਚ ਕਰ ਲੈਣਾ, ਕਹਿੰਦੇ ਇਹ ਵੀ ਗੁਰਮੁਖਾਂ ਦੇ ਹਿੱਸੇ ਆਉਂਦਾ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ ਹੈ। ਇਹਦਾ 8 ਪ੍ਰਕਾਰ ਦੇ ਕਾਮ ਦੀ ਵਾਸ਼ਨਾ ਨੂੰ ਉਹ ਸਾਧ ਕੇ ਸਿੱਧ ਕਰਕੇ ਆਪਣੀ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰਦਾ ਹੈ। ਸੱਚ ਨਿਹ ਕੇਵਲ ਕਰਮ ਅਰਾਧੈ। ਔਰ ਜਿਹੜਾ ਸੱਚ ਹੈ ਉਹਦੇ ਨਾਲ ਜੁੜ ਕੇ ਨਿਹ ਕੇਵਲ ਦਾ ਮਤਲਬ ਹੁੰਦਾ ਨਿਰਾਲਾ ਹੋ ਕੇ ਉਹ ਪਰਮੇਸ਼ਰ ਦੇ ਸ਼ੁਭ ਕਰਮ ਕਰਦਾ ਹੋਇਆ ਅਕਾਲ ਪੁਰਖ ਦੀ ਆਰਾਧਨਾ ਕਰਦਾ, ਚੰਗੇ ਕਰਮਾਂ 'ਚ ਪ੍ਰਵਿਰਤ ਹੋ ਕੇ ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧਦਾ ਹੈ। ਪੌਣ ਪਾਣੀ ਅਗਨੀ ਬਿਸਰਾਉ। ਪੌਣ ਕਹਿੰਦੇ ਆ ਤਮੋ ਗੁਣ ਨੂੰ, ਪਾਣੀ ਕਹਿੰਦੇ ਆ ਰਜੋ ਗੁਣ ਨੂੰ, ਅਗਨੀ ਕਹਿੰਦੇ ਆ ਸਤੋ ਗੁਣ ਨੂੰ। ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਉਹ ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ ਤਿੰਨਾਂ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੰਦਾ, ਤਿੰਨਾਂ ਗੁਣਾਂ ਤੋਂ ਪਰੇ ਹੋ ਜਾਂਦਾ। ਬਿਸਰਾਓ ਦਾ ਮਤਲਬ ਤਿੰਨਾਂ ਗੁਣਾਂ ਨੂੰ ਵਿਸਾਰ ਕੇ ਚੌਥੀ ਅਵਸਥਾ ਵਿੱਚ ਤੁਰਿਆ ਪਦ 'ਚ ਰਹਿੰਦਾ। ਪੌਣ ਪਾਣੀ ਅਗਨੀ ਬਿਸਰਾਓ, ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨਾਂ ਨੂੰ ਤਿਆਗ ਦਿੰਦਾ। ਰਾਜ ਗੁਣ, ਤਮ ਗੁਣ, ਸਦ ਗੁਣ ਕਹੀਆ ਇਹ ਤੇਰੀ ਸਭ ਮਾਇਆ। ਇਹ ਜਿਹੜੇ ਤ੍ਰੈ ਗੁਣ ਨੇ ਇਹੀ ਮਾਇਆ ਹੈ ਪਰਮੇਸ਼ਰ ਦੀ। ਕੋਈ ਪੁੱਛੇ ਮਾਇਆ ਕੀ ਹੈ? ਆ ਰਜੋ ਗੁਣ ਵੀ ਤਾਂ ਮਾਇਆ ਹੈ, ਤਮੋ ਗੁਣ ਵੀ ਮਾਇਆ ਹੈ, ਸਤੋ ਗੁਣ ਵੀ ਮਾਇਆ ਹੈ। ਸਾਧਕ ਸਾਧਨਾ ਕਰਨ ਵਾਲਾ ਜਿਹੜਾ ਗੁਰਮੁਖ ਹੈ ਉਹ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਇਹਨਾਂ ਤਿੰਨਾਂ ਗੁਣਾਂ ਦੀਆਂ ਬਿਰਤੀਆਂ ਦਾ ਤਿਆਗ ਕਰ ਦਿੰਦਾ ਹੈ, ਤੋ ਤਿੰਨਾਂ ਨੂੰ ਵਿਸਾਰ ਕੇ ਚੌਥੇ ਪਦ ਵਿੱਚ ਜਾ ਟਿਕਦਾ ਹੈ। ਫਿਰ ਪੌਣ ਪਾਣੀ ਅਗਨੀ ਬਿਸਰਾਓ, ਦੂਸਰਾ ਅਰਥ ਇਹ ਵੀ ਹੈ ਪੌਣ ਪਾਣੀ, ਅਗਨੀ, ਧਰਤੀ, ਆਕਾਸ਼, ਇਹ ਜਿਹੜੇ 5 ਤੱਤ ਨੇ, ਇਹਨਾਂ 5 ਤੱਤਾਂ ਦਾ ਬਣਿਆ ਹੋਇਆ ਸਾਡਾ ਆ ਸਰੀਰ, ਆ ਕਾਇਆ, ਇਹ 5 ਤੱਤਾਂ ਦੀ ਬਣੀ ਹੋਈ ਹੈ। ਮਹਾਰਾਜ ਜੀ ਕਹਿੰਦੇ 5 ਤੱਤਾਂ ਦੇ ਬਣੇ ਹੋਏ ਇਸ ਸਰੀਰ ਨੂੰ ਜਿਹੜੇ ਨਾਮ ਜਪਣ ਵਾਲੇ ਨੇ ਇਹਦੀ ਮਮਤਾ ਨੂੰ, ਇਹਦੇ ਅਭਿਮਾਨ ਨੂੰ ਆਪਣੇ ਹਿਰਦੇ ਚੋਂ ਵਿਸਾਰ ਦਿੰਦੇ ਆ, ਤਿਆਗ ਦਿੰਦੇ ਆ। ਉਹ 5 ਤੱਤਾਂ ਵਾਲੇ ਇਸ ਸਰੀਰ ਨਾਲ ਜੁੜ ਕੇ ਨਹੀਂ ਰਹਿੰਦੇ, ਰਹਿੰਦੇ ਇਸੇ ਸਰੀਰ 'ਚ ਹੀ ਨੇ ਪਰ ਇਹਦੇ ਨਾਲ ਜੁੜ ਕੇ ਨਹੀਂ ਰਹਿੰਦੇ। ਇਹਦੇ ਤੋਂ ਆਪਣੇ ਆਪ ਨੂੰ ਨਿਰਾਲਾ ਸਮਝਦੇ ਆ, ਨਿਰਾਲਮ ਜਾਣ ਕੇ ਕਿ ਮੈਂ ਇਸ ਸਰੀਰ ਵਿੱਚ ਰਹਿਣ ਵਾਲਾ, ਇਸ ਸਰੀਰ ਤੋਂ ਵੱਖਰਾ ਇਹਦਾ ਦ੍ਰਿਸ਼ਟਾ ਹਾਂ, ਮੈਂ ਸਰੀਰ ਨਹੀਂ ਹਾਂ। ਅਸੀਂ ਆਪਣੇ ਆਪ ਨੂੰ ਸਰੀਰ ਮੰਨਦੇ ਹਾਂ ਪਰ ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਨੂੰ ਧਾਰਨ ਕੀਤਾ ਹੋਇਆ। ਆਪਾਂ ਇਹੀ ਕਹਿਣਾ ਵੀ ਮੈਂ ਸਰੀਰ ਧਾਰਿਆ ਹੋਇਆ। ਇਹ ਸਰੀਰ ਅਸੀਂ ਧਾਰਨ ਕੀਤਾ, ਨਾ ਕਿ ਸਰੀਰ ਨੇ ਸਾਨੂੰ ਧਾਰਨ ਕੀਤਾ ਹੋਇਆ। ਜਿਹੜਾ ਸਾਧਕ ਹੈ ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦਾ, ਉਹ ਕਹਿੰਦਾ ਮੈਂ ਤਨ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਤੋਂ ਨਿਰਾਲਾ, ਇਸ ਸਰੀਰ ਨੂੰ ਵੇਖਣ ਵਾਲਾ, ਇਸ ਸਰੀਰ ਦਾ ਆਧਾਰ, ਇਸ ਸਰੀਰ ਦਾ ਆਸਰਾ ਹਾਂ। ਹਾਂਜੀ, ਤਹੀ ਨਿਰੰਜਨ ਸਾਚੋ ਨਾਉ। ਜਿੱਥੇ ਸਰੀਰ ਦੀ ਮਮਤਾ ਨਹੀਂ ਹੈ, ਨਾਮ ਜਪਣ ਵਾਲਾ ਉੱਥੇ ਜਾ ਟਿਕਦਾ ਜਿੱਥੇ ਸੱਚਾ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਰੱਬ ਵਸਦਾ ਹੈ, ਉੱਥੇ ਜਾ ਟਿਕਦਾ। ਤਹੀਂ ਨਿਰੰਜਨ ਸਾਚੋ ਨਾਉ, ਉਹ ਸੱਚੇ ਨਾਮ ਦੀ ਕਮਾਈ ਕਰਦਾ ਹੋਇਆ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਜੋ ਆਤਮ ਸਰੂਪ ਹੈ ਉਹਦੇ 'ਚ ਜਾ ਟਿਕਿਆ ਹੈ। ਤਿਸ ਮਹਿ ਮਨੁਆ ਰਹਿਆ ਲਿਵ ਲਾਏ। ਇਹ ਮਨੁਆ ਤਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਲਿਵ ਲਾ ਕੇ ਰਹਿੰਦਾ ਹੈ, ਉਸੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਦਾ ਹੈ। ਪ੍ਰਣਵਤ ਨਾਨਕ ਕਾਲ ਨਾ ਖਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਜਿਹੜੇ ਆਤਮ ਸਰੂਪ 'ਚ ਜਾ ਟਿਕਦੇ ਨੇ ਉਹਨਾਂ ਨੂੰ ਕਾਲ ਨਹੀਂ ਖਾ ਸਕਦਾ। ਮਹਾਕਾਲ ਰਖਵਾਰ ਹਮਾਰੋ, ਉਹਨਾਂ ਦੇ ਲਈ ਕਾਲ ਰਖਵਾਲਾ ਹੋ ਜਾਂਦਾ ਹੈ। ਜਿਹੜਾ ਕਾਲ ਸਾਰਿਆਂ ਨੂੰ ਭੱਖ ਜਾਂਦਾ ਹੈ
ਉਹ ਕਾਲ ਨਾਮ ਜਪਣ ਵਾਲੇ ਸਾਧਕਾਂ ਨੂੰ ਨਹੀਂ ਖਾ ਸਕਦਾ, ਨਹੀਂ ਭਖ ਸਕਦਾ। ਜੇ ਕਾਲ ਖਾ ਜਾਂਦਾ ਹੁੰਦਾ ਨਾਮ ਜਪਣ ਵਾਲਿਆਂ ਨੂੰ ਤੇ ਅੱਜ ਕਬੀਰ ਜੀ ਨੂੰ ਕੋਈ ਨਾ ਜਾਣਦਾ, ਰਵਿਦਾਸ ਜੀ ਨੂੰ ਕੋਈ ਨਾ ਜਾਣਦਾ। ਅੱਜ ਵੀ ਕਬੀਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਰੱਬ ਦੇ ਪਿਆਰੇ ਕਬੀਰ ਜੀ ਦੇ ਭਗਤ ਉਹ ਕਬੀਰ ਜੀ ਨੂੰ ਇਹ ਕਰਕੇ ਜਾਣਦੇ ਆ ਵੀ ਉਹ ਸਾਡੇ ਕੋਲ ਨੇ, ਹਾਜ਼ਰ ਨੇ। ਕਿਉਂ? ਕਿਉਂਕਿ ਕਾਲ ਉਹਨਾਂ ਨੂੰ ਖਾ ਨਹੀਂ ਸਕਿਆ, ਭਖ ਨਹੀਂ ਸਕਿਆ, ਉਹ ਸਤ ਤੇ ਸदैवी ਹੋ ਗਏ ਨੇ। ਜਦੋਂ ਤੱਕ ਸੰਸਾਰ ਰਹੇਗਾ ਕਬੀਰ ਜੀ, ਰਵਿਦਾਸ ਜੀ, ਸਦਨਾ ਜੀ, ਸੈਣ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ, ਜੈਦੇਵ ਜੀ, ਫਰੀਦ ਜੀ, ਸਾਰੇ ਮਹਾਂਪੁਰਸ਼ ਭੀਖਣ ਜੀ ਉਦੋਂ ਤੱਕ ਰਹਿਣਗੇ, ਕਿਉਂਕਿ ਉਹਨਾਂ ਨੂੰ ਕਾਲ ਖਾ ਹੀ ਨਹੀਂ ਸਕਦਾ, ਕਾਲ ਭਖ ਹੀ ਨਹੀਂ ਸਕਦਾ। ਹਾਂਜੀ। ਨਾਉ ਨੌਮੀ ਨਵੇ ਨਾਥ ਨਵ ਖੰਡਾ। ਹੁਣ ਨੌਵੀਂ ਦੁਆਰਾ ਉਪਦੇਸ਼ ਦਿੰਦੇ ਆ। ਅਸ਼ਟਮੀ ਤੋਂ ਬਾਅਦ ਨੌਵੀਂ, ਨਵਮੀ ਆਉਂਦੀ ਆ, ਨੌਵੀਂ ਕਹਿ ਦਿੰਦੇ ਆਪਾਂ। ਨੌਵੀਂ ਦੁਆਰਾ ਉਪਦੇਸ਼ ਦਿੰਦੇ ਆ, ਕਹਿੰਦੇ ਆ ਵੀ 9 ਖੰਡ ਨੇ, 9 ਹੀ ਨਾਥ ਨੇ, ਉਹਨਾਂ ਦੇ ਨਾਮ ਪ੍ਰਸਿੱਧ ਨੇ। ਗੋਰਖਨਾਥ ਹੈ, ਮਛੰਦਰਨਾਥ ਹੈ, 9 ਨਾਥ ਨੇ, 9 ਖੰਡ ਨੇ। ਹਾਂਜੀ। ਘਟ ਘਟ ਨਾਥ ਮਹਾਬਲ ਬੰਡਾ। 9 ਖੰਡਾਂ ਤੇ 9 ਨਾਥਾਂ ਦਾ ਤੇ ਸੰਸਾਰ ਦੇ ਜਿਤਨੇ ਘਟ ਨੇ, ਘਟਾਂ ਘਟਾਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹਦਾ ਨਾਮ ਮਹਾਬਲਵੰਡਾ, ਬੜਾ ਬਲੀ ਹੈ। ਬਲਵੰਡਾ ਦਾ ਮਤਲਬ ਹੁੰਦਾ ਬਲੀ, ਬਲਵਾਨ, ਬਲ ਵਾਲਾ। ਬਲਵੰਡਾ ਬਲ ਵਾਲਾ, ਜਿਹਦੇ ਜਿੰਨਾ ਬਲ ਕਿਸੇ ਵਿੱਚ ਨਹੀਂ ਹੈ। ਕਿੱਡੇ ਵੱਡੇ ਬਲ ਦਾ ਮਾਲਕ ਹੈ ਉਹ। ਕਲਗੀਧਰ ਜੀ ਲਿਖਦੇ ਆ ਚੰਡੀ ਦੀ ਵਾਰ 'ਚ, ਮਹਾਰਾਜ ਜੀ ਕਹਿੰਦੇ, ਹੇ ਪ੍ਰਭੂ ਤੂੰ ਏਡਾ ਬਲੀ ਹੈ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। ਹੇ ਪ੍ਰਭੂ ਤੂੰ ਏਡਾ ਬਲੀ ਹੈ ਕਿ ਤੇਰੇ ਕੋਲੋਂ ਬਲ ਲੈ ਕੇ ਭਗਵਾਨ ਰਾਮਚੰਦਰ ਨੇ ਆਪਣੇ ਬਾਣਾਂ ਨਾਲ ਰਾਵਣ ਨੂੰ ਮਾਰਿਆ। ਹੇ ਪ੍ਰਭੂ ਤੂੰ ਏਡਾ ਬਲੀ ਹੈ ਕਿ ਤੇਰੇ ਕੋਲੋਂ ਹੀ ਬਲ ਲੈ ਕੇ ਭਗਵਾਨ ਕ੍ਰਿਸ਼ਨ ਨੇ ਦੁਆਪਰ ਯੁੱਗ ਵਿੱਚ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ। ਬਲ ਤੇਰਾ, ਤੂੰ ਬਲ ਵਾਲਾ, ਤੇਰੇ ਕੋਲੋਂ ਹੀ ਇਹ ਸਾਰੇ ਬਲ ਲੈਂਦੇ ਆ ਸੰਸਾਰ ਦੇ ਜੀਵ ਜੰਤੂ। ਇਹ ਜਿੰਨੇ 9 ਖੰਡ ਨੇ, 9 ਨਾਥ ਨੇ, ਇਹਨਾਂ ਸਾਰਿਆਂ ਘਟਾਂ ਘਟਾਂ ਦਾ ਤੂੰ ਮਾਲਕ ਹੈ। ਹੋਰ ਹੇ ਪ੍ਰਭੂ ਤੂੰ ਮਹਾਬਲਵਾਨ ਹੈ, ਤੇਰੇ ਬਲ ਜਿੰਨਾ ਬਲ ਕਿਸੇ ਵਿੱਚ ਨਹੀਂ। ਤੂੰ ਬੇਅੰਤ ਬਲ ਦਾ ਮਾਲਕ ਹੈ, ਅਤੋਲਵਾਂ ਬਲ, ਜਿਸ ਬਲ ਨੂੰ ਕਿਸੇ ਪ੍ਰਕਾਰ ਦੇ ਮਾਪ ਦੰਡ ਵਿੱਚ ਮਾਪਿਆ ਨਹੀਂ ਜਾ ਸਕਦਾ, ਤੋਲਿਆ ਮਿਣਿਆ ਨਹੀਂ ਜਾ ਸਕਦਾ। ਤੂੰ ਐਸਾ ਬਲਵੰਡ ਹੈ। ਆਈ ਪੂਤਾ ਇਹੋ ਜਗ ਸਾਰਾ। ਯੋਗੀਆਂ ਦੇ 12 ਪੰਥ ਨੇ, 12 ਪੰਥਾਂ ਵਿੱਚੋਂ ਉਹਨਾਂ ਦਾ ਇੱਕ ਪੰਥ ਹੈ ਆਈ ਪੰਥ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥ। ਮਹਾਰਾਜ ਜੀ ਕਹਿੰਦੇ ਅਸੀਂ ਜਿਹੜਾ ਆਈ ਪੰਥ ਮੰਨਿਆ ਹੋਇਆ ਨਾ ਯੋਗੀਆਂ ਦਾ, ਸਾਡਾ, ਅਸੀਂ ਵੀ ਯੋਗੀ ਹਾਂ ਜੁੜੇ ਹੋਏ ਪਰਮੇਸ਼ਰ ਨਾਲ। ਸਾਡਾ ਆਈ ਪੰਥ ਕਿਹੜਾ? ਮਹਾਰਾਜ ਜੀ ਕਹਿੰਦੇ ਸਾਡਾ ਆਈ ਪੰਥ ਹੈ ਆਈ ਪੂਤਾ ਇਹੋ ਜਗ ਸਾਰਾ। ਕਿ ਇਸ ਸਾਰੇ ਜਗਤ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਪਵਿੱਤਰ ਜੋਤ ਆਈ ਹੋਈ ਹੈ, ਇਹੀ ਸਾਡਾ ਆਈ ਪੰਥ ਹੈ। ਪੂਤਾ ਦਾ ਮਤਲਬ ਹੁੰਦਾ ਪਵਿੱਤਰ, ਪਾਵਨ। ਪਰਮੇਸ਼ਰ ਦੀ ਪਵਿੱਤਰ ਤੇ ਪਾਵਨ ਜੋਤ ਇਸ ਸਾਰੇ ਜਗ ਵਿੱਚ ਆਈ ਹੋਈ ਹੈ, ਇਹੀ ਸਾਡਾ ਆਈ ਪੰਥ ਹੈ। ਹਾਂਜੀ। ਪ੍ਰਭ ਆਦੇਸ ਆਦ ਰਖਵਾਰਾ। ਸਾਡੀ ਆਦੇਸ਼ ਉਸ ਪ੍ਰਭੂ ਨੂੰ ਹੈ, ਸਾਡੀ ਆਦੇਸ਼ ਉਸ ਪ੍ਰਭੂ ਦੇ ਚਰਨਾਂ ਵਿੱਚ ਹੈ, ਉਹੀ ਸਾਡਾ ਮੁੱਢ ਤੋਂ ਰਖਵਾਲਾ ਹੈ। ਆਦ ਰਖਵਾਰਾ, ਮੁੱਢ ਤੋਂ, ਪ੍ਰਾਰੰਭ ਤੋਂ ਹੀ ਸਾਡੀ ਰੱਖਿਆ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹੀ ਸਾਡੀ ਰੱਖਿਆ ਕਰਨ ਵਾਲਾ ਹੈ, ਉਹੀ ਸਾਡੀ ਸਹਾਇਤਾ ਕਰਨ ਵਾਲਾ ਹੈ। ਆਦ ਜੋਗਾਦੀ ਹੈ ਵੀ ਹੋਗਾ। ਉਹ ਪਹਿਲਾਂ ਵੀ ਸੀ ਆਦ,
ਜੁਗਾਦ ਜੁਗਾਂ ਤੋਂ ਵੀ ਜਦੋਂ ਇਹ ਯੁੱਗ ਪ੍ਰਾਰੰਭ ਹੋਏ ਉਦੋਂ ਤੋਂ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਓਹ ਅਪਰੰਪਰ ਕਰਣ ਜੋਗ। ਉਹ ਅਪਰੰਪਰ ਪਾਰਾਵਾਰ ਤੋਂ ਰਹਿਤ ਹੈ, ਕਰਨਾ ਜੋਗ ਕਰਨ ਵਾਲਾ ਹੈ ਸਭ ਕੁਝ। ਇਹ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤਾ ਹੈ। ਦਸਵੀਂ ਨਾਮ ਦਾਨ ਇਸ਼ਨਾਨ। ਦਸਵੀਂ ਦੁਆਰਾ ਉਪਦੇਸ਼ ਦਿੰਦੇ ਆ ਨਾਮ ਦਾਨ ਇਸ਼ਨਾਨ। ਹੇ ਭਾਈ ਨਾਮ ਜਪੋ, ਦਾਨ ਕਰੋ, ਇਸ਼ਨਾਨ ਕਰੋ। ਇਹ ਤਿੰਨ ਚੀਜ਼ਾਂ ਮਹਾਪੁਰਸ਼ ਕਹਿੰਦੇ ਆ ਤਿੰਨੇ ਹੀ ਮੰਗਣੀਆਂ ਚਾਹੀਦੀਆਂ ਸਤਿਗੁਰਾਂ ਕੋਲੋਂ। ਮਹਾਰਾਜ ਨਾਮ ਦਾਨ ਇਸ਼ਨਾਨ ਬਖਸ਼ੋ। ਇੱਕ ਮਹਾਤਮਾ ਹੋਏ ਬੜੀ ਉੱਚੀ ਅਵਸਥਾ ਦੇ ਸੰਤ ਸਾਵਣ ਸਿੰਘ ਜੀ, ਅੰਬਾਲੇ ਦੇ ਨੇੜੇ ਰਵਾਲੋਂ ਪਿੰਡ ਹੈ, ਉੱਥੇ ਉਹ ਰਿਹਾ ਕਰਦੇ ਸਨ। ਕੁਝ ਸਾਲ ਪਹਿਲਾਂ ਆਪਣਾ ਸਰੀਰ ਤਿਆਗ ਗਏ। 100 ਸਾਲ ਤੋਂ ਉੱਪਰ ਆਯੂ ਹੋਈ ਉਹਨਾਂ ਮਹਾਂਪੁਰਸ਼ਾਂ ਦੀ। ਆਪਣੇ ਸਰੀਰ ਦੀ ਕਿਰਿਆ ਲੰਗਰ ਪ੍ਰਸ਼ਾਦਾ ਤੱਕ ਵੀ ਆਪਣਾ ਆਪ ਤਿਆਰ ਕਰਦੇ, ਕੋਈ ਚੇਲਾ ਚਾਟੜਾ ਨਹੀਂ ਸੀ ਰੱਖਿਆ। ਹਰ ਵੇਲੇ ਭਜਨ ਦੇ ਰੰਗ 'ਚ ਰਹਿੰਦੇ, ਕਦੇ ਸਿੱਧੇ ਲੇਟਦੇ ਨਹੀਂ ਸਨ। ਬੈਠਿਆਂ ਹੀ ਪਿੱਛੇ ਢਾਸਣਾ ਲਾ ਕੇ ਬਿਰਧ ਅਵਸਥਾ ਵਿੱਚ ਉਸੇ ਤਰ੍ਹਾਂ ਹੀ ਸਾਧਨਾ ਕਰਦੇ। ਉਹਨਾਂ ਕੋਲ ਜਦੋਂ ਜਾਣਾ ਉਹਨਾਂ ਮਹਾਂਪੁਰਸ਼ਾਂ ਨੇ ਕਹਿਣਾ, ਭਾਈ ਪਰਮੇਸ਼ਰ ਕੋਲੋਂ ਤਿੰਨ ਚੀਜ਼ਾਂ ਮੰਗਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ, ਇੱਕ ਨਾਮ, ਦੂਸਰਾ ਦਾਨ ਤੇ ਤੀਸਰਾ ਇਸ਼ਨਾਨ। ਇਹ ਤਿੰਨੇ ਦਾਨ ਮੰਗਿਆ ਕਰੋ ਸਤਿਗੁਰਾਂ ਕੋਲ। ਨਾਮ ਨਾਲ ਜੀਵਨ ਮੁਕਤ ਹੋਵੋਗੇ, ਲੋਕ ਪਰਲੋਕ ਸੁਖੀ ਹੋਵੇਗਾ। ਦਾਨ ਉਹੀ ਕਰ ਸਕਦਾ ਨਾ ਜਿਹਦੇ ਆਪਣੇ ਪੱਲੇ ਕੁਝ ਹੋਵੇਗਾ। ਜਿਹਦੇ ਆਪਣੇ ਪੱਲੇ ਨਾ ਹੋਵੇ ਉਹ ਦਾਨ ਕਿਵੇਂ ਕਰੇਗਾ ਭਾਈ? ਇਸ ਕਰਕੇ ਗੁਰੂ ਕੋਲ ਇਹ ਵੀ ਮੰਗਿਆ ਕਰੋ, ਮਹਾਰਾਜ ਸਾਨੂੰ ਦਾਨ ਕਰਨ ਦੀ ਸਮਰੱਥਾ ਵੀ ਦੇ, ਕਿ ਸਾਡੇ ਕੋਲ ਇੰਨਾ ਹੋਵੇ ਕਿ ਅਸੀਂ ਅੱਗੇ ਦਾਨ ਕਰ ਸਕੀਏ। ਦਾਨ ਉਹੀ ਕਰੇਗਾ ਜਿਹੜਾ ਪਹਿਲਾਂ ਆਪਣੇ ਆਪ ਨੂੰ ਸੰਤੁਸ਼ਟ ਕਰ ਲਵੇ, ਫਿਰ ਉਹ ਦੂਜੇ ਨੂੰ ਦਾਨ ਦਿੰਦਾ ਹੈ। ਤੀਸਰਾ ਇਸ਼ਨਾਨ, ਮਹਾਰਾਜ ਸਾਨੂੰ ਇਸ਼ਨਾਨ ਵੀ ਦਿਓ ਅੰਮ੍ਰਿਤ ਵੇਲੇ ਦਾ। ਇਸ਼ਨਾਨ ਉਹੀ ਕਰੇਗਾ ਜਿਹਦਾ ਸਰੀਰ ਅਰੋਗ ਹੋਵੇਗਾ, ਤੰਦਰੁਸਤ ਹੋਵੇਗਾ। ਬਿਮਾਰੀ ਨਾਲ ਗਰਸਿਆ ਹੋਇਆ ਬੰਦਾ ਸਵੇਰੇ ਉੱਠ ਹੀ ਨਹੀਂ ਸਕਦਾ, ਕਰ ਹੀ ਨਹੀਂ ਸਕਦਾ ਇਸ਼ਨਾਨ ਪਾਣੀ, ਜਿਹੜਾ ਮੰਜੇ ਤੇ ਪਿਆ ਹੋਵੇ। ਕਹਿੰਦੇ ਇਸ਼ਨਾਨ ਮੰਗੋਗੇ ਸਰੀਰ ਦੀ ਤੰਦਰੁਸਤੀ ਵੀ ਨਾਲ ਹੀ ਆ ਜਾਏਗੀ। ਇਹ ਤਿੰਨ ਚੀਜ਼ਾਂ ਉਹ ਮਹਾਂਪੁਰਸ਼ ਕਿਹਾ ਕਰਦੇ ਵੀ ਮੰਗਣੀਆਂ ਗੁਰੂ ਸਾਹਿਬ ਕੋਲੋਂ। ਇੱਥੇ ਧੰਨ ਗੁਰੂ ਨਾਨਕ ਸਾਹਿਬ ਸਾਨੂੰ ਇਹ, ਕਿਉਂਕਿ ਮਹਾਂਪੁਰਸ਼ ਸਤਿਗੁਰਾਂ ਦੇ ਹੀ ਬੋਲ ਸੁਣਾਉਂਦੇ ਆ ਨਾ, ਤੋ ਇੱਥੇ ਮਹਾਰਾਜ ਜੀ ਦੱਸਦੇ ਆ ਗੁਰੂ ਨਾਨਕ ਸਾਹਿਬ, ਦਸਵੀਂ ਨਾਮਦਾਨ ਇਸ਼ਨਾਨ। ਦਸਵੀਂ ਦਾ ਦਿਨ ਕਹਿੰਦੇ ਦਸਵੀਂ ਵਾਲੇ ਦਿਨ ਇਹ ਬਿਰਤੀ ਬਣਾਓ ਭਾਈ ਕਿ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਨਾਮ, ਦਾਨ ਤੇ ਇਸ਼ਨਾਨ ਇਹ ਤਿੰਨਾਂ ਦੀਆਂ ਦਾਤਾਂ ਦੇ ਕੇ ਨਿਵਾਜੋ। ਅਸੀਂ ਨਾਮ ਵੀ ਜਪੀਏ, ਦਾਨ ਵੀ ਕਰੀਏ, ਇਸ਼ਨਾਨ ਵੀ ਕਰੀਏ। ਇਹ ਨਾਮ, ਦਾਨ, ਇਸ਼ਨਾਨ ਨੂੰ ਦ੍ਰਿੜ ਕਰੋ। ਅਨ ਦਿਨ ਮੱਜਨ ਸੱਚਾ ਗੁਣ ਗਿਆਨ। ਸਤਿਗੁਰਾਂ ਦਾ ਜਿਹੜਾ ਸੱਚੇ ਗੁਣਾਂ ਨੂੰ ਗਾਇਨ ਕਰਨਾ, ਇਹ ਗੁਣਾਂ ਦਾ ਜਿਹੜਾ ਗਿਆਨ ਹੈ, ਹੇ ਭਾਈ ਰਾਤ ਦਿਨ ਇਹਦੇ ਵਿੱਚ ਮੱਜਨ ਕਰਨਾ ਹੈ, ਰਾਤ ਦਿਨ ਇਹਦੇ 'ਚ ਇਸ਼ਨਾਨ ਕਰਨਾ ਹੈ। ਸੱਚ ਮਹਿਲ ਨਾ ਲਾਗੈ ਭ੍ਰਮ ਭਾਉ ਭਾਗੈ। ਜਿਹੜਾ ਸੱਚਾ ਨੂੰ ਕਦੇ ਮੈਲ ਨਹੀਂ ਲੱਗਦੀ ਭਾਈ, ਸੱਚ ਮੈਲ ਨਾ ਲੱਗੈ। ਸੱਚਾ ਕਦੇ ਮੈਲਾ ਨਹੀਂ ਹੁੰਦਾ, ਝੂਠ ਤਾਂ ਹੁੰਦਾ ਹੀ ਮਲੀਨ ਹੈ, ਉਹ ਕਦੇ ਸ਼ੁੱਧ ਨਹੀਂ ਹੋ ਸਕਦਾ। ਸੱਚ ਕਦੇ ਮੈਲਾ ਨਹੀਂ ਹੋ ਸਕਦਾ। ਜਿੰਨਾ ਸੱਚ ਆਕਾਸ਼ ਵਿੱਚ ਚਮਕਦਾ ਸੂਰਜ ਹੈ, ਕਿ ਸੂਰਜ ਚਮਕਦਾ ਹੈ, ਸੱਚ ਹੈ ਨਾ, ਇਹ ਸੱਚ ਜੁਗਾਂ ਤਾਈਂ ਸੱਚ ਹੀ ਰਹਿਣਾ, ਇਹਨੂੰ ਕਦੇ ਝੁਠਲਾਤ ਨਹੀਂ ਸਕਦਾ ਕੋਈ। ਕੱਲ ਨੂੰ ਕੋਈ ਆਖੇ ਜੀ ਨਹੀਂ ਇਹ ਸੂਰਜ ਨਹੀਂ ਚਮਕਦਾ, ਅਸੀਂ ਨਹੀਂ ਮੰਨਦੇ, ਆਪਾਂ ਕਹਿੰਦੇ ਆ ਵੀ ਹੋ ਹੀ ਨਹੀਂ ਸਕਦਾ ਵੀ ਸੂਰਜ ਚਮਕੇ ਨਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਸੱਚ ਹੈ। ਸੂਰਜ ਭਾਵੇਂ ਜੁਗਾਂ ਤੋਂ ਬਾਅਦ ਜਾ ਕੇ ਪੁੱਠੇ ਕਾਲੇ ਤਵੇ ਵਾਂਗੂ ਹੋ ਜਾਏ, ਪਰ ਪਾਰ ਬ੍ਰਹਮ ਪਰਮੇਸ਼ਰ ਇੰਨਾ ਸੱਚ ਹੈ, ਇੰਨਾ ਸੱਚ ਹੈ ਕਿ ਉਹ ਕਦੇ ਵੀ ਮਲਨ ਨਹੀਂ ਹੋ ਸਕਦਾ, ਉਹ ਸदैवी ਹੈ।
ਸੱਚ ਮੈਲ ਨਾ ਲਾਗੈ, ਭ੍ਰਮ ਭਉ ਭਾਗੈ। ਜਿਨ੍ਹਾਂ ਦੇ ਅੰਦਰੋਂ ਭਰਮ ਭੱਜ ਜਾਏ, ਜਿਨ੍ਹਾਂ ਅੰਦਰੋਂ ਡਰ ਨੱਠ ਜਾਏ ਜਨਮ ਮਰਨ ਦਾ, ਉਹ ਇਹ ਜਾਣ ਲੈਂਦੇ ਨੇ ਕਿ ਪਰਮੇਸ਼ਰ ਸੱਚ ਹੈ, ਉਹਨੂੰ ਕਦੇ ਮੈਲ ਨਹੀਂ ਵਿਆਪਦੀ। ਬਿਲਮ ਨਾ ਟੂਟਸ ਕਾਚੈ ਤਾਗੈ। ਮਹਾਰਾਜ ਜੀ ਕਹਿੰਦੇ ਆ ਭਾਈ, ਜਿਵੇਂ ਕੱਚੇ ਧਾਗੇ ਦੇ ਟੁੱਟਦਿਆਂ ਦੇਰੀ ਨਹੀਂ ਲੱਗਦੀ। ਬਿਲਮ ਦਾ ਮਤਲਬ ਹੁੰਦਾ ਦੇਰੀ। ਬਿਲਮ ਨਾ ਟੂਟ ਸਕਾਚਾ ਧਾਗਾ, ਰੰਚਕ ਭਰ ਵੀ ਬਿਲਮ ਨਹੀਂ ਲੱਗਦਾ ਟੁੱਟਦਿਆਂ। ਕੱਚਾ ਧਾਗਾ ਟੁੱਟਦਿਆਂ ਦੇਰੀ ਨਹੀਂ ਲਾਉਂਦਾ। ਜਿਉ ਤਾਗਾ ਜਗ ਏਵੈ ਜਾਣੋ। ਜਿਵੇਂ ਕੱਚਾ ਧਾਗਾ ਟੁੱਟਦਿਆਂ ਦੇਰੀ ਨਹੀਂ ਲਾਉਂਦਾ, ਜਿਵੇਂ ਇਹ ਧਾਗਾ ਕੱਚਾ ਟੁੱਟਦਾ, ਇਦਾਂ ਇਹ ਸੰਸਾਰ ਹੈ, ਜਗਤ ਹੈ, ਇਹਨੂੰ ਵੀ ਬਿਨਸਦਿਆਂ ਦੇਰੀ ਨਹੀਂ ਲੱਗਦੀ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ, ਨੀਤ ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਇਹ ਸੰਸਾਰ ਦੀ ਰਚਨਾ ਐਸੀ ਹੈ, ਜਿਵੇਂ ਕੱਚੇ ਧਾਗੇ ਵਾਂਗੂ ਕੱਚਾ ਧਾਗਾ ਟੁੱਟਦਿਆਂ ਦੇਰੀ ਨਹੀਂ ਲੱਗਦੀ। ਜਿਉ ਤਾਗਾ ਜਗ ਏਵੈ ਜਾਣੋ, ਏਦਾਂ ਇਸ ਜਗਤ ਨੂੰ ਜਾਣੋ। ਆਸਥਿਰ ਚੀਤ ਸਾਚ ਰੰਗ ਮਾਣੋ। ਇਹ ਭਾਈ ਆਪਣੇ ਚਿੱਤ ਨੂੰ ਅਸਥਿਰ ਕਰੋ, ਟਿਕਾਓ ਉਸ ਪਰਮੇਸ਼ਰ ਦੇ ਸਰੂਪ ਵਿੱਚ, ਔਰ ਉਹਦੇ ਸੱਚੇ ਰੰਗ ਨੂੰ ਮਾਣੋ। ਏਕਾਦਸੀ ਇੱਕ ਹਿਰਦੈ ਵਸਾਵੈ। ਇਕਾਦਸੀ ਦੁਆਰਾ, ਇਕਾਦਸੀ 10 ਦੇ ਉੱਤੇ 1, ਯਾਨੀ ਕਿ 11ਵੀਂ ਤਿਥ। ਇਕਾਦਸੀ ਦੇ ਦਿਨ ਦੁਆਰਾ ਉਪਦੇਸ਼ ਦਿੰਦੇ, ਕਹਿੰਦੇ ਇੱਕ ਹਿਰਦੈ ਵਸਾਵੈ। ਹੇ ਭਾਈ, ਇਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾਓ, ਆਪਣੇ ਹਿਰਦੇ 'ਚ ਧਾਰਨ ਕਰੋ। ਹਿੰਸਾ ਮਮਤਾ ਮੋਹ ਚੁਕਾਵੈ। ਆਪਣੇ ਹਿਰਦੇ 'ਚੋਂ ਹਿੰਸਾ ਦੀ ਬਿਰਤੀ, ਮਮਤਾ ਦੀ ਬਿਰਤੀ, ਮੋਹ ਦੀ ਬਿਰਤੀ ਨੂੰ ਚੁਕਾਓ। ਨਾ ਹਿੰਸਾ ਕਰਨੀ ਹੈ। ਹਿੰਸਾ 3 ਪ੍ਰਕਾਰ ਦੀ ਦੱਸੀ, ਇੱਕ ਤਨ ਦੀ ਹੈ, ਇੱਕ ਬਚਨਾਂ ਦੀ ਹੈ, ਤੀਜੀ ਮਨ ਦੀ ਹੈ। 3 ਪ੍ਰਕਾਰ ਦੀ ਹਿੰਸਾ ਹੈ। ਸਰੀਰ ਕਰਕੇ ਕਿਸੇ ਨੂੰ ਮਾਰਨਾ, ਇਹ ਤਨ ਦੀ ਹਿੰਸਾ ਹੈ। ਬਚਨ ਕਰਕੇ ਕਿਸੇ ਨੂੰ ਕੌੜਾ ਬੋਲਣਾ, ਇਹ ਬਚਨਾਂ ਦੀ ਹਿੰਸਾ ਹੈ। ਮਨ ਕਰਕੇ ਕਿਸੇ ਨੂੰ ਕਤਲ ਕਰਨਾ, ਮਾਰ ਦੇਣਾ, ਖਤਮ ਕਰ ਦੇਣਾ, ਬੁਰਾ ਚਿਤਵਣਾ, ਇਹ ਮਨ ਦੀ ਹਿੰਸਾ ਹੈ। ਮਹਾਰਾਜ ਜੀ ਕਹਿੰਦੇ ਹਿੰਸਾ ਨੂੰ ਤਿਆਗੋ। ਮਮਤਾ, ਕਿਸੇ ਪਦਾਰਥ ਨਾਲ ਮਮਤਾ ਕਰਨੀ ਵੀ ਇਹਦੇ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ, ਜਿੰਦ ਨਿਕਲ ਜਾਣੀ। ਮਹਾਰਾਜ ਜੀ ਕਹਿੰਦੇ ਮਮਤਾ ਛੱਡੋ। ਮੋਹ, ਜਿਹੜਾ ਇਹ ਪਦਾਰਥਾਂ ਦਾ, ਪਰਿਵਾਰ ਦਾ ਮੋਹ ਹੈ, ਉਸ ਮੋਹ ਨੂੰ ਆਪਣੇ ਹਿਰਦੇ 'ਚ ਚੁਕਾਵੋ ਭਾਈ, ਦੂਰ ਕਰੋ। ਫਲ ਪਾਵੈ ਬ੍ਰਤ ਆਤਮ ਚੀਨੈ। ਜਿਹੜਾ ਭਾਈ ਇਹੋ ਜਿਹਾ ਵਰਤ ਕਰੇ, ਯਾਨੀ ਕਿ ਆਪਣੀ ਆਤਮਾ ਨੂੰ ਜਾਣ ਲਵੇ, ਉਹਨੂੰ ਇਹ ਫਲ ਪ੍ਰਾਪਤ ਹੋਵੇਗਾ। ਕਿਹੜਾ ਫਲ? ਆਪਣੀ ਆਤਮਾ ਨੂੰ ਜਾਣ ਲਵੇਗਾ। ਪਾਖੰਡ ਰਾਚ ਤਤ ਨਹੀਂ ਬੀਨੈ। ਜਿਹੜੇ ਪਖੰਡ 'ਚ ਰਚੇ ਹੋਏ ਨੇ, ਉਹ ਤਤ ਨੂੰ ਨਹੀਂ ਜਾਣ ਸਕਣਗੇ। ਜਿਨ੍ਹਾਂ ਨੇ ਹਮੇਸ਼ਾ ਵਿਖਾਵਾ ਹੀ ਕਰਨਾ, ਉਹਨਾਂ ਨੇ ਕੀ ਜਾਣਨਾ ਆਤਮਾ ਕੀ ਹੁੰਦੀ ਹੈ। ਜਿਨ੍ਹਾਂ ਨੇ ਦੁਨੀਆ ਨੂੰ ਵਿਖਾਣਾ ਹੁੰਦਾ ਵੀ ਮੈਂ ਇਹ ਚੰਗਾ ਕੰਮ ਪਿਆ ਕਰਦਾ ਜਾਂ ਇਹ ਭਜਨ ਪਿਆ ਕਰਦਾ, ਵਿਖਾਵੇ ਵਾਸਤੇ ਕਰੇ, ਉਹ ਕਿਵੇਂ ਜਾਣੇ ਵੀ ਮੇਰੀ ਆਤਮਾ ਕੀ ਹੈ? ਉਹਨੇ ਤਾਂ ਬਾਹਰ ਪਦਾਰਥਾਂ ਵਿੱਚ ਹੀ ਉਲਝੇ ਰਹਿਣਾ। ਇਸ ਕਰਕੇ ਕਹਿੰਦੇ ਪਖੰਡ ਕਰਦਿਆਂ ਭਾਈ ਉਹ ਆਤਮਾ ਨੂੰ ਨਹੀਂ ਜਾਣ ਸਕਦਾ। ਨਿਰਮਲ ਨਿਰਾਹਾਰ ਨਿਹ ਕੇਵਲ। ਪਰਮਾਤਮਾ ਨਿਰਮਲ ਹੈ, ਨਿਰਾਹਾਰ, ਉਹਨੂੰ ਭੋਜਨ ਦੀ ਲੋੜ ਨਹੀਂ। ਸਾਨੂੰ ਸਾਰਿਆਂ ਨੂੰ ਭੋਜਨ ਚਾਹੀਦਾ। ਨਿਹ ਕੇਵਲ, ਉਹ ਸਾਰਿਆਂ ਵਿੱਚੋਂ ਨਿਰਾਲਾ ਤੇ ਵੱਖਰਾ ਤੇ ਨਵੀਨ ਹੈ। ਸੂਚੈ ਸਾਚੇ ਨਾ ਲਾਗੈ ਮਹਲ। ਉਹ ਸੁੱਚਾ ਹੈ, ਸੱਚਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਵੀ ਪ੍ਰਕਾਰ ਦੀ ਮੈਲ, ਵਿਕਾਰਾਂ ਦੀ ਮੈਲ ਉਹ ਨਹੀਂ ਲੱਗਦੀ, ਨਹੀਂ ਵਿਆਪਦੀ। ਜਹ ਦੇਖਾਂ ਤਹ ਏਕੋ ਏਕਾ। ਮੈਂ ਜਿੱਥੇ ਵੇਖਦਾ ਇੱਕੋ ਇੱਕ ਉਹੀ ਵਰਤ ਰਿਹਾ, ਜਿੱਥੇ ਵੇਖਦਾ ਉਹੀ ਵਰਤ ਰਿਹਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਿਹਾ ਸਰਬੱਤਰ ਮੈਂ ਮਨ, ਸਦਾ ਧਿਆਈ। ਮੈਂ ਜਿੱਥੇ ਵੇਖਦਾ ਉਹ ਇੱਕੋ ਅਕਾਲ ਪੁਰਖ ਪਰਮੇਸ਼ਰ ਵਸਦਾ ਹੈ। ਹੋਰ ਜੀ ਉਪਾਏ ਵੇਕੋ ਵੇਕਾ। ਜਿਤਨੇ ਵੀ ਜੀਵ ਨੇ ਵਾਹਿਗੁਰੂ ਪਰਮੇਸ਼ਰ ਨੇ ਵੱਖੋ ਵੱਖਰੇ ਪੈਦਾ ਕੀਤੇ ਹੋਏ ਹੈ। ਵੇਕੋ ਵੇਕਾ, ਵੱਖੋ ਵੱਖਰੇ ਜੀਵ ਜੰਤ ਪੈਦਾ ਕਰਕੇ ਉਹ ਸਾਰਿਆਂ ਨੂੰ ਵੇਖਦਾ ਹੈ। ਫਲੋਹਾਰ
ਕੀਏ ਫਲ ਜਾਏ। ਫਲੋਹਾਰ ਕਈ ਇਕਾਦਸ਼ੀ ਵਾਲੇ ਦਿਨ ਵਰਤ ਰੱਖ ਕੇ ਤੇ ਫਲ ਖਾਂਦੇ ਐ, ਕਹਿੰਦੇ ਜੀ ਅਸੀਂ ਫਲੋਹਾਰ ਹਾਂ। ਮਹਾਰਾਜ ਜੀ ਕਹਿੰਦੇ ਵੀ ਵਿਖਾਵਾ ਕਰਨ ਵਾਸਤੇ ਲੋਕਾਂ ਨੂੰ ਤੁਸੀਂ ਫਲੋਹਾਰੀ ਹੋ ਗਏ, ਪਰ ਜਿਹੜਾ ਅਸਲੀ ਫਲ ਹੈ ਉਹ ਤੇ ਤੁਹਾਡੇ ਕੋਲੋਂ ਜਾਂਦਾ ਰਿਹਾ। ਅਸਲੀ ਫਲ ਸੀ ਮੁਕਤੀ ਦਾ, ਉਹ ਮੋਕਸ਼ ਹੋਣ ਦਾ ਜਿਹੜਾ ਮੁਕਤੀ ਦਾ ਫਲ ਸੀ ਉਹ ਤਾਂ ਤੁਹਾਡੇ ਹੱਥੋਂ ਚਲਾ ਗਿਆ ਭਾਈ। ਤੂੰ ਫਲ ਖਾ ਕੇ ਲੋਕਾਂ ਨੂੰ ਵਿਖਾਉਂਦਾ ਰਹਿ ਗਿਆ ਵੀ ਮੈਂ ਤਾਂ ਵਰਤ ਰੱਖਿਆ ਜੀ, ਫਲ ਖਾਣਾ ਅੱਜ ਦੇ ਦਿਨ। ਅਸਲ ਫਲ ਤਾਂ ਤੇਰੇ ਹੱਥੋਂ ਚਲਾ ਗਿਆ। ਦੂਸਰਾ ਅਰਥ ਫਲੋਹਾਰ ਕੀਏ ਫਲ ਜਾਏ, ਵਿਕਾਰਾਂ ਦੇ ਫਲਾਂ ਦਾ ਆਹਾਰ ਕਰਨ ਵਾਲਾ, ਜਿਹੜਾ ਵਿਕਾਰਾਂ ਦੇ ਫਲ ਭੋਗਦਾ ਹੈ ਵੀ ਮੈਂ ਤਾਂ ਜੀ ਇਹ ਵਿਕਾਰ ਮੈਨੂੰ ਚੰਗੇ ਲੱਗਦੇ ਐ, ਉਹਨਾਂ ਫਲਾਂ ਨੂੰ ਖਾਣ ਵਾਲਾ ਮੁਕਤੀ ਰੂਪੀ ਫਲ ਆਪਣੇ ਹੱਥੋਂ ਗਵਾ ਲੈਂਦਾ। ਫਲ ਜਾਏ ਦੇ ਅੰਦਰੋਂ ਮੁਕਤੀ ਰੂਪੀ ਫਲ ਚਲਿਆ ਜਾਂਦਾ ਹੈ। ਰਸ ਕਸ ਖਾਏ ਸਾਧ ਗਵਾਏ। ਰਸਾਂ ਕਸਾਂ ਨੂੰ ਖਾ ਕੇ ਆਪਣੇ ਸਵਾਦ ਨੂੰ ਗਵਾ ਲੈਂਦਾ। ਰਸ ਕਸਾਂ ਵਿੱਚ ਉਲਝਿਆ ਹੋਇਆ ਜਿਹੜਾ ਅਸਲ ਸਵਾਦ ਹੈ ਆਤਮਾ ਦਾ, ਉਸ ਸਵਾਦ ਨੂੰ ਆਪਣੇ ਹਿਰਦੇ ਚੋਂ ਗਵਾ ਲੈਂਦਾ ਹੈ। ਕੂੜਾ ਲਾਲਚ ਲਪਟਾ ਲਪਟਾਏ। ਝੂਠੇ ਲਾਲਚ ਵਿੱਚ ਲੱਗਾ ਹੋਇਆ ਇਹ ਲੰਪਟ ਬਿਰਤੀ ਧਾਰਨ ਕਰਕੇ ਵਿਕਾਰਾਂ ਵਿੱਚ ਲੰਪਟ ਰਹਿੰਦਾ ਹੈ। ਝੂਠਾ ਗੁਰਮੁਖ ਸਾਚ ਕਮਾਏ। ਜਿਹੜਾ ਗੁਰਮੁਖ ਹੈ ਭਾਈ ਉਹੀ ਛੁੱਟਦਾ ਜਿਹੜਾ ਸੱਚ ਦੀ ਕਮਾਈ ਕਰਦਾ। ਜਿਹੜਾ ਸੱਚ ਨੂੰ ਕਮਾਵੇ ਉਹ ਗੁਰਮੁਖ ਬਣ ਕੇ ਛੁੱਟ ਜਾਂਦਾ। ਸੱਚ ਨੂੰ ਕਮਾਉਣਾ ਬੜਾ ਔਖਾ ਹੈ ਗੁਰੂ ਖਾਲਸਾ ਜੀ। ਸੱਚ ਕਹਿਣਾ ਵੀ ਔਖਾ ਹੈ, ਸੱਚ ਸੁਣਨਾ ਵੀ ਔਖਾ ਹੈ ਤੇ ਸੱਚ ਨੂੰ ਕਮਾਉਣਾ ਵੀ ਔਖਾ ਹੈ। ਕਿਉਂ ਔਖਾ ਹੈ? ਕਿਉਂਕਿ ਸਾਡੀ ਸਾਰੀ ਜ਼ਿੰਦਗੀ ਝੂਠ ਝੂਠ ਦੇ ਵਿੱਚ ਵਰਤਦੀ ਹੈ ਤੇ ਉਹਦੇ ਵਿੱਚ ਵਰਤਦਿਆਂ ਬੀਤਦੀ ਹੈ। ਜਿਹਦਾ ਸਾਰਾ ਜੀਵਨ ਝੂਠ ਝੂਠ ਦੇ ਵਿੱਚ ਬੀਤਿਆ ਹੋਵੇ ਉਹਨੂੰ ਸੱਚ ਕਮਾਉਣਾ ਔਖਾ ਹੀ ਹੋਵੇਗਾ ਨਾ। ਔਖਾ ਹੈ ਪਰ ਸੰਭਵ ਨਹੀਂ ਹੈ। ਗੁਰੂ ਅੱਗੇ ਮਿੰਨਤ ਤਰਲਾ ਕਰੀਏ, ਸਤਿਗੁਰੂ ਕਿਰਪਾ ਕਰੋ ਸਾਨੂੰ ਸੱਚ ਦੀ ਕਮਾਈ ਦੀ ਦਾਤ ਬਖਸ਼ੋ, ਅਸੀਂ ਸੱਚ ਕਮਾ ਸਕੀਏ, ਇਹ ਸਾਡੇ ਤੇ ਤਰਸ ਕਰੋ ਮਹਾਰਾਜ। ਤੋ ਸੱਚ ਨੂੰ ਕਮਾਉਂਦੇ ਆ ਗੁਰਮੁਖ, ਤੇ ਜਿਹੜੇ ਗੁਰਮੁਖ ਸੱਚ ਨੂੰ ਕਮਾਉਂਦੇ ਆ ਉਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੇ ਆ। ਛੂਟਾ ਗੁਰਮੁਖ ਸਾਚ ਕਮਾਏ, ਸੱਚ ਦੀ ਕਮਾਈ ਕਰਕੇ ਗੁਰਮੁਖ ਛੁੱਟ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਇਹ ਇਕਾਦਸ਼ੀ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਮ ਦੁਨੀਆ ਇਕਾਦਸ਼ੀ ਵਾਲੇ ਦਿਨ ਵਰਤ ਰੱਖਦੀ ਹੈ। ਮਹਾਰਾਜ ਜੀ ਕਹਿੰਦੇ ਗੁਰਸਿੱਖ ਦਾ ਵਰਤ ਹੈ ਸੱਚ ਦੀ ਕਮਾਈ ਕਰਨੀ, ਸੱਚ ਨੂੰ ਕਮਾਉਣਾ, ਸੱਚ ਨੂੰ ਧਿਆਉਣਾ, ਸੱਚ ਦੀ ਆਰਾਧਨਾ ਕਰਨੀ। ਔਰ ਜਿਹੜਾ ਸੱਚ ਕਮਾਉਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੁਕਤ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਤਪਦਿਆਂ ਬਲਦਿਆਂ ਸੜਦਿਆਂ ਹਿਰਦਿਆਂ ਵਿੱਚ ਵਸ ਜਾਵੇ, ਤਾਂ ਜੋ ਇਹ ਹਿਰਦੇ ਸ਼ਾਂਤ ਤੇ ਸ਼ੀਤਲ ਹੋ ਜਾਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਜੀ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਨਕ ਆਵੈ ਤਾਏ,
ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।